ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਇਸ ਸੁੰਦਰ ਦਿਨ ਦੇ ਵਿੱਚ ਅਸੀਂ ਪਰਮੇਸ਼ਰ ਦੀ ਮਹਿਮਾ ਅਤੇ ਵਡਿਆਈ ਕਰਦੇ ਹਾਂ ਔਰ ਮੈਂ ਆਪ ਸਭ ਦਾ ਵੀ ਇਸ ਦਿਨ ਦੇ ਵਿੱਚ ਜੋ ਪਰਮੇਸ਼ਰ ਨੇ ਸਾਨੂੰ ਦਿੱਤਾ ਹੈ ਉਸ ਵਿੱਚ ਆਪ ਸਭ ਨੂੰ ਜੈ ਮਸੀਹ ਦੀ ਆਖਦਾ। ਪ੍ਰਭੂ ਆਪ ਨੂੰ ਇਸ ਦਿਨ ਦੇ ਵਿੱਚ ਬਰਕਤ ਦੇਵੇ। ਇਹ ਪ੍ਰਭੂ ਦੀ ਜੈ ਅਤੇ ਪੁਨਰੁੱਥਾਨ ਦਾ ਦਿਨ ਹੈ। ਅਸੀਂ ਉਸ ਨੂੰ ਉਸ ਦੇ ਕੀਤੇ ਹੋਏ ਉਪਕਾਰਾਂ ਦਾ ਧੰਨਵਾਦ ਦੇਣ ਦੇ ਲਈ ਇਸ ਵਚਨ ਨੂੰ ਅੱਜ ਵੇਖਾਂਗੇ। ਉਸ ਨੂੰ ਦੇਖਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅੱਜ ਦਾ ਦਿਨ ਤੇਰੀ ਜੈ ਅਤੇ ਪੁਨਰੁੱਥਾਨ ਦਾ ਹੈ, ਜਿਸ ਵਿੱਚ ਤੂੰ ਚਾਹੁੰਦਾ ਹੈ ਕਿ ਤੇਰੇ ਭਗਤ ਤੇਰੇ ਅੱਗੇ ਧੰਨਵਾਦ ਦੀਆਂ ਭੇਟਾਂ ਅਤੇ ਤੇਰੇ ਅੱਗੇ ਧੰਨਵਾਦ ਦੇ ਉਹ ਬਲੀਦਾਨ ਲੈ ਕੇ ਆਉਣ ਜਿਹੜੇ ਆਪ ਨੂੰ ਜਿਸ ਤੋਂ ਤੂੰ ਪ੍ਰਸੰਨ ਹੁੰਦਾ ਹੈ। ਪਰਮੇਸ਼ਰ, ਤੇਰੇ ਵਚਨ ਦੇ ਰਾਹੀਂ ਅਸੀਂ ਜਦੋਂ ਇਸ ਵਚਨ ਦੇ ਪਰਮੇਸ਼ਰ ਦਾ ਭੇਦ ਦੇ ਰਾਹੀਂ ਤੇਰੇ ਧੰਨਵਾਦ ਅਤੇ ਉਪਕਾਰਾਂ ਨੂੰ ਤੇਰੇ ਵਚਨ ਦੇ ਰਾਹੀਂ ਤੇਰੇ ਅੱਗੇ ਅਰਪਿਤ ਕਰਦੇ ਹਾਂ ਤਾਂ ਤੂੰ ਉਸ ਤੋਂ ਪ੍ਰਸੰਨ ਹੁੰਦਾ ਹੈ। ਅਜਿਹਾ ਹੋਣ ਦੇ ਲਈ ਮਦਦ ਕਰ ਤਾਂ ਕਿ ਆਪ ਨੂੰ ਮਹਿਮਾ ਅਤੇ ਵਡਿਆਈ ਮਿਲੇ। ਇਹ ਪ੍ਰਾਰਥਨਾ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਧੰਨਵਾਦ ਦਾ ਵਚਨ ਲਿਆ ਹੈ ਉਹ ਹੈ ਜ਼ਬੂਰ 50 ਦਾ 23। ਇੱਥੇ ਲਿਖਿਆ ਹੈ, ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ, ਅਤੇ ਜਿਹੜਾ ਆਪਣੀ ਚਾਲ ਸੁਧਾਰਦਾ ਹੈ ਮੈਂ ਉਸ ਨੂੰ ਪਰਮੇਸ਼ਰ ਦੀ ਮੁਕਤੀ ਵਿਖਾਵਾਂਗਾ। ਇਹ ਵਚਨ ਬਹੁਤ ਹੀ ਸੁੰਦਰ ਅਤੇ ਬਹੁਤ ਹੀ ਮਹਿਮਾ ਯੋਗ ਹੈ, ਜਿਹੜਾ ਮੈਨੂੰ ਬਾਰ-ਬਾਰ ਪਰਮੇਸ਼ਰ ਦੀ ਵਡਿਆਈ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ, ਉਤਸ਼ਾਹਿਤ ਕਰਦਾ ਹੈ। ਅੱਜ ਦੁਨੀਆ ਦੇ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਪਰਮੇਸ਼ਰ ਦੇ ਨਾਮ ਨੂੰ ਉੱਚਾ ਕੀਤਾ ਜਾਣਾ, ਪਰਮੇਸ਼ਰ ਦੇ ਨਾਮ ਦੀ ਵਡਿਆਈ ਦਾ ਉਸ ਨੂੰ ਉਸ ਦਾ ਭਾਗ ਦਿੱਤਾ ਜਾਣਾ, ਉਸ ਦੇ ਉੱਤੇ ਕੋਈ ਵੀ ਰੁਚੀ ਇਸ ਸੰਸਾਰ ਦੇ ਵਿੱਚ ਨਹੀਂ ਦਿਸਦੀ ਹੈ। ਨਾ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਪਰਮੇਸ਼ਰ ਨੂੰ ਧੰਨਵਾਦ ਕਿਉਂ ਦੇਣਾ ਹੈ, ਪਰਮੇਸ਼ਰ ਧੰਨਵਾਦ ਤੋਂ ਖੁਸ਼ ਕਿਉਂ ਹੁੰਦਾ ਹੈ, ਪਰਮੇਸ਼ਰ ਧੰਨਵਾਦ ਨੂੰ ਕਿਉਂ ਚਾਹੁੰਦਾ ਹੈ, ਪਰਮੇਸ਼ਰ ਦੇ ਅੱਗੇ ਇਹ ਭੇਂਟ ਚੜਾਉਣੀ ਕਿਉਂ ਚੰਗੀ ਹੈ। ਅੱਜ ਇਸ ਗੱਲ ਦਾ ਕਿਸੇ ਨੂੰ ਵੀ ਬੋਧ ਨਹੀਂ। ਪਰ ਜਦੋਂ ਮੈਂ ਭਜਨਕਾਰ ਦੀ ਇਸ ਕਿਤਾਬ ਨੂੰ ਅਤੇ ਇਸ ਖੰਡ ਨੂੰ ਜਦੋਂ ਪੜ੍ਹ ਰਿਹਾ ਸੀ 50 ਦੇ 23 ਨੂੰ, ਤਾਂ ਲਿਖਿਆ, ਜਿਹੜਾ ਪਰਮੇਸ਼ਰ ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ, ਜਿਹੜਾ ਪਰਮੇਸ਼ਰ ਨੂੰ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ। ਆਸਾਪ ਦੇ ਰਾਹੀਂ ਇਹ ਭਜਨ 50 ਲਿਖਿਆ ਗਿਆ ਔਰ ਉਸ ਦੇ ਅੰਤਿਮ ਖੰਡ ਦੇ ਵਿੱਚ ਇਹ ਗੱਲ ਲਿਖੀ ਗਈ। ਜੇ ਅਸੀਂ ਉਸ ਤੋਂ ਪਹਿਲੀਆਂ ਗੱਲਾਂ ਦੇਖੀਏ ਤਾਂ ਪਰਮੇਸ਼ਰ ਦਾ ਦਾਸ ਪਰਮੇਸ਼ਰ ਦੇ ਉਹਨਾਂ ਅਲਫਾਜ਼ਾਂ ਨੂੰ ਇਸਰਾਈਲੀਆਂ ਨੂੰ ਸਾਫ਼ ਰੀਤੀ ਨਾਲ ਚਿਤਾਉਂਦਾ ਨਜ਼ਰ ਆਉਂਦਾ ਹੈ ਕਿ ਤੁਸੀਂ ਮੇਰੀ ਭਗਤੀ ਦਾ ਜੋ ਮੇਰਾ ਹਿੱਸਾ ਹੈ ਉਹ ਤੁਸੀਂ ਮੈਨੂੰ ਅਰਪਿਤ ਨਹੀਂ ਕਰਦੇ। ਜੋ ਮੇਰਾ ਹੈ ਉਹ ਮੈਨੂੰ ਨਹੀਂ ਦਿੰਦੇ। ਇਸ ਗੱਲ ਤੋਂ ਪਰਮੇਸ਼ਰ ਦਾ ਕ੍ਰੋਧ ਅਸੀਂ 50 ਜ਼ਬੂਰ ਦੇ ਵਿੱਚ ਦੇਖਦੇ ਹਾਂ। 22 ਆਇਤਾਂ ਤੱਕ 23ਵੀਂ ਆਇਤ ਇੱਕ ਅਲੱਗੀ ਆਇਤ ਇਸ ਗੱਲ ਨੂੰ ਪ੍ਰਗਟ ਕਰਦੀ ਹੈ ਕਿ ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ ਸਹੀ ਰਾਹ, ਇੱਥੇ ਕਹਿੰਦਾ ਜਿਹੜਾ ਸਹੀ ਤਰੀਕੇ ਦੇ ਨਾਲ ਮੁੜ ਆ ਕੇ ਪਰਮੇਸ਼ਰ ਨੂੰ ਧੰਨਵਾਦ ਚੜਾਉਂਦਾ ਹੈ ਉਹ ਪਰਮੇਸ਼ਰ ਨੂੰ ਚੰਗਾ ਲੱਗਦਾ, ਪਰਮੇਸ਼ਰ ਦੀ ਵਡਿਆਈ ਕਰਦਾ ਹੈ। ਸਹੀ ਰਾਹ ਪਰਮੇਸ਼ਰ ਨੂੰ ਉਸ ਦਾ ਬਣਦਾ ਥਾਂ ਦੇਣ ਨਾਲ ਤੇ ਉਹ ਕਰਨ ਨਾਲ ਜੋ ਪਰਮੇਸ਼ਰ ਅਤੇ ਮਨੁੱਖਾਂ ਦੇ ਸਾਹਮਣੇ ਸਹੀ ਹੈ ਸ਼ੁਰੂ ਹੁੰਦਾ ਹੈ। ਸਹੀ ਹੈ ਕਿ ਬਾਈਬਲ ਬਾਣੀ ਸਾਫ਼ ਰੀਤੀ ਨਾਲ ਦੱਸਦੀ ਹੈ ਸਾਰੀ ਮਨੁੱਖ ਜਾਤੀ ਪਰਮੇਸ਼ਰ ਦੇ ਨਿਆਂ ਦੇ ਅੱਗੇ ਪਾਪੀ ਸੀ।
ਪਰਮੇਸ਼ਰ ਦੇ ਨਿਆਂ ਦੇ ਅੱਗੇ ਪਾਪੀ ਸੀ ਔਰ ਪਾਪ ਦੀ ਸਜ਼ਾ ਮੌਤ ਸੀ। ਔਰ ਇਹ ਮੌਤ ਸਭਨਾਂ ਮਨੁੱਖਾਂ ਦੇ ਉੱਤੇ ਦਿਨ ਪ੍ਰਤੀ ਦਿਨ ਰਾਜ ਕਰਦੀ ਆ ਰਹੀ ਸੀ ਅਤੇ ਉਹਨਾਂ ਨੂੰ ਕੋਈ ਵੀ ਅਜਿਹਾ ਰਾਹ ਨਹੀਂ ਸੀ ਲੱਭ ਰਿਹਾ ਜਿਸ ਤੋਂ ਉਹ ਮੁਕਤੀ ਨੂੰ ਪ੍ਰਾਪਤ ਕਰਨ, ਜਿਸ ਤੋਂ ਉਹ ਪਰਮੇਸ਼ਰ ਦੇ ਅੱਗੇ ਉਹ ਧੰਨਵਾਦ ਚੜਾਉਣ ਜਿਹੜੇ ਪਰਮੇਸ਼ਰ ਨੂੰ ਫਬਦੇ। ਉਹ ਫਬਦੇ ਹੈ ਜਦੋਂ ਅਸੀਂ ਉਹਦੇ ਕੀਤੇ ਹੋਏ ਅਹਿਸਾਨਾਂ ਦਾ, ਕੀਤੇ ਹੋਏ ਉਪਕਾਰਾਂ ਦਾ ਉਸ ਨੂੰ ਆਪਣੇ ਮੂੰਹ ਦੇ ਸ਼ਬਦਾਂ ਨਾਲ ਵਡਿਆ ਕੇ ਉਸ ਦੀ ਉਸਤਤ ਅਤੇ ਮਹਿਮਾ ਕਰਦੇ ਆ। ਉਹ ਉਸ ਨੂੰ ਚੰਗੇ ਲੱਗਦੇ ਆ ਤੇ ਪਰਮੇਸ਼ਰ ਉਸ ਤੋਂ ਖੁਸ਼ ਹੁੰਦਾ ਹੈ। ਰਸੂਲ ਪੌਲਸ ਸਾਰੇ ਮਸੀਹਾਂ ਨੂੰ ਉਪਦੇਸ਼ ਦਿੰਦਾ ਹੈ ਕਿ ਬੇਨਤੀਆਂ, ਪ੍ਰਾਰਥਨਾਵਾਂ, ਅਰਦਾਸਾਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਲਈ ਕੀਤੇ ਜਾਣ, ਪਾਤਸ਼ਾਹ ਅਤੇ ਸਭਨਾਂ ਮਰਤਾਵੇ ਵਾਲਿਆਂ ਦੇ ਲਈ, ਕਿ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁੱਖ ਨਾਲ ਉਮਰ ਭੋਗੀਏ। ਪੌਲਸ ਰਸੂਲ ਪਹਿਲਾ ਤਿਮੋਥੀਅਸ 2 ਅਧਿਆਏ 1 ਅਤੇ 2 ਆਇਤ ਦੇ ਵਿੱਚ ਇਹ ਕਹਿੰਦਾ ਹੈ। ਜਦੋਂ ਮੈਂ ਇਸ ਉੱਤੇ ਗੌਰ ਕਰਦਾ ਹਾਂ, ਪਰਮੇਸ਼ਰ ਨੂੰ ਉਸ ਦਾ ਬਣਦਾ ਦੇਣਾ ਅਤੇ ਸਰਕਾਰ ਨੂੰ ਸਤਿਕਾਰ ਦੇਣਾ ਅਤੇ ਸੰਤੁਲਨ ਕਾਇਮ ਰੱਖਣਾ ਜਦ ਪ੍ਰਾਰਥਨਾ ਵਾਲਾ ਜੀਵਨ ਅਮਲ ਵਿੱਚ ਲਿਆਉਂਦੇ ਹਾਂ ਤਾਂ ਅਸੀਂ ਉਸ ਨੂੰ ਸਾਰੇ ਬੈਰੀਆਂ ਵਿੱਚ ਜਦੋਂ ਉੱਚਾ ਕਰਦੇ ਹਾਂ, ਉਸ ਦੀ ਮਹਿਮਾ ਅਤੇ ਵਡਿਆਈ ਕਰਦੇ ਹਾਂ, ਉਸ ਦੇ ਨਾਮ ਨੂੰ ਆਦਰ ਦਿੰਦੇ ਹਾਂ, ਤਾਂ ਉਸ ਨੂੰ ਇਹ ਚੰਗਾ ਲੱਗਦਾ ਹੈ। ਅਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਆਪਣੇ ਆਪ ਵਿੱਚ ਅਸੀਂ ਲਾਚਾਰਾਂ, ਜਿਵੇਂ ਕਿ ਯਿਸੂ ਨੇ ਕਿਹਾ, ਕੀ ਕਿਹਾ ਉਹ ਮੈਂ ਆਪ ਦੇ ਅੱਗੇ ਪੜ੍ਹ ਰਿਹਾ, ਯੋਹੰਨਾ 15:5 ਦੇ ਵਿੱਚ ਯਿਸੂ ਨੇ ਕਿਹਾ, ਮੇਰੇ ਬਗੈਰ ਤੁਸੀਂ ਕੁਝ ਨਹੀਂ ਕਰ ਸਕਦੇ। ਜਦ ਅਸੀਂ ਆਪਣੇ ਰਾਹ ਦਾ ਪ੍ਰਬੰਧ ਸਹੀ ਢੰਗ ਨਾਲ ਕਰਦੇ ਹਾਂ, ਅਸੀਂ ਉਸ ਦੀ ਹਜ਼ੂਰੀ ਨੂੰ ਮਾਣਾਂਗੇ। ਇਹ ਰਾਹ ਮੈਨੂੰ ਆਪਣੇ ਆਪ ਨਾਲ ਨਹੀਂ ਮਿਲਿਆ। ਇਸ ਰਾਹ ਦੀ ਖੋਜ ਮੈਂ ਨਹੀਂ ਕੀਤੀ, ਨਾ ਮੈਂ ਉਸ ਵੱਲ ਜਾ ਰਿਹਾ ਸੀ। ਮੈਂ ਤਾਂ ਪਾਪ ਦੇ ਵਿੱਚ ਸੀ ਔਰ ਪਾਪ ਦੇ ਵਿੱਚ ਦਿਨ ਪ੍ਰਤੀ ਦਿਨ ਆਪਣੇ ਜੀਵਨ ਨੂੰ ਨਾਸ਼ ਕਰਨ ਦੇ ਲਈ ਚੱਲਦਾ ਜਾ ਰਿਹਾ ਸੀ। ਔਰ ਇਸ ਵਿੱਚ ਪਰਮੇਸ਼ਵਰ ਨੇ ਜੋ ਮੇਰੇ ਨਾਲ ਭਲਾਈ ਕੀਤੀ, ਉਸ ਦੇ ਬਦਲੇ ਮੈਂ ਉਸ ਨੂੰ ਕੀ ਦੇ ਸਕਦਾ ਸੀ। ਪਰ ਜਦੋਂ ਅਸੀਂ ਉੱਪਰ ਦੱਸੇ ਅਸੂਲ ਵਿੱਚ ਇੱਕ ਛੋਟਾ ਹੈ, ਉਹ ਹੈ ਸਾਡਾ ਮੁਬਾਰਕ ਪ੍ਰਭੂ ਯਿਸੂ ਆਪ ਖੁਦ। ਜਦੋਂ ਮੈਂ ਇਸ ਵਿੱਚ ਦੇਖਦਾ ਹਾਂ ਕਿ ਉਹਨੇ ਉਲਟ ਅਨੁਭਵ ਕੀਤਾ, ਜੋ ਅੱਜ ਦੀ ਆਇਤ ਕਹਿੰਦੀ ਹੈ, ਭਾਵੇਂ ਉਸਨੇ ਪਰਮੇਸ਼ਰ ਦਾ ਸਤਿਕਾਰ ਕੀਤਾ ਅਤੇ ਆਪਣੇ ਰਾਹ ਨੂੰ ਆਗਿਆਕਾਰੀਤਾ ਅਤੇ ਪ੍ਰੇਮ ਨਾਲ ਤਰਤੀਬ ਦਿੱਤੀ। ਤਰਤੀਬ ਕੀ ਦਿੱਤੀ? ਕਿ ਉਹ ਮੇਰੇ ਪਾਪਾਂ ਦੇ ਬਦਲੇ ਕਾਲਵਰੀ ਕਰੂਸ ਦੇ ਉੱਤੇ ਮੇਰੇ ਸਾਰੇ ਗੁਨਾਹਾਂ ਦਾ ਕਰਜ਼ਾ ਆਪਣੇ ਸਰੀਰ ਦੇ ਇੱਕ ਇੱਕ ਤਸੀਹੇ ਨਾਲ ਚੁਕਾਵੇ। ਇਹ ਪਰਮੇਸ਼ਰ ਦੀ ਯੋਜਨਾ ਅਤੇ ਉਸ ਦੀ ਤਰਤੀਬ। ਅਸੀਂ ਇਸ ਨੂੰ ਛੋਟਾ ਨਹੀਂ ਆਖ ਸਕਦੇ ਹਾਂ, ਪਰ ਜਦੋਂ ਇਸ ਦੇ ਰਾਹੀਂ ਅਸੀਂ ਇਸ ਦੀ ਵਡਿਆਈ ਕਰਦੇ ਹਾਂ, ਇਹ ਉਹਨੂੰ ਚੰਗੀ ਲੱਗਦੀ ਹੈ ਅਤੇ ਫੱਬਦੀ ਹੈ। ਪਰਮੇਸ਼ਰ ਚਾਹੁੰਦਾ ਹੈ ਕਿਉਂਕਿ ਇਸ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਉੱਚਾ ਕਰੀਏ ਅਤੇ ਆਦਰ ਦੇਈਏ। ਉਹ ਨਹੀਂ ਚਾਹੁੰਦਾ ਕਿ ਅਸੀਂ ਇਸ ਪਰਮੇਸ਼ਰ ਦੀ ਮਹਿਮਾ ਤੋਂ ਦੂਰ ਹੋਈਏ, ਉਸ ਤੋਂ ਦੂਰ ਜਾਈਏ। ਔਰ ਇਸ ਦੇ ਨਾਲ ਮੈਂ ਇਹ ਵੀ ਦੇਖਦਾ ਹਾਂ ਕਿ ਜਦੋਂ ਉਸ ਨੇ ਕਾਰਜ ਕੀਤਾ, ਫਿਰ ਵੀ ਪਰਮੇਸ਼ਰ ਦੁਆਰਾ ਤਿਆਗਿਆ ਗਿਆ। ਇਸ ਵਿੱਚ ਮੈਂ ਦੇਖਦਾ ਕਿ ਜਿਸ ਨੇ ਉਸ ਦਾ ਲਗਾਤਾਰ ਸਤਿਕਾਰ ਕੀਤਾ, ਜਦੋਂ ਤਿਆਗਿਆ ਗਿਆ ਤਾਂ ਉਸਨੇ ਕੀ ਕਿਹਾ
ਜਦੋਂ ਜ਼ਬੂਰ 22 ਦਾ 1 ਵਿੱਚ ਪੜ੍ਹਦੇ ਹਾਂ, ਉੱਥੇ ਕੀ ਕਹਿੰਦਾ ਹੈ? ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਪਰਮੇਸ਼ਵਰ, ਤੈਂ ਮੈਨੂੰ ਕਿਉਂ ਤਿਆਗ ਦਿੱਤਾ? ਮੇਰੇ ਪਾਪਾਂ ਦਾ ਬੋਝ ਉਸ ਉੱਤੇ ਸੀ ਅਤੇ ਉਹ ਮੇਰੀ ਖਾਤਰ ਪਾਪ ਬਣਿਆ। ਜਿਵੇਂ ਦੂਸਰਾ ਗ੍ਰੰਥੀਆਂ 5 ਦਾ 21 ਵਿੱਚ ਮੈਂ ਪੜ੍ਹਦਾ, ਜਿਹੜਾ ਪਾਪ ਦਾ ਜਾਣੂ ਨਹੀਂ ਸੀ, ਉਹ ਮੇਰੀ ਖਾਤਰ ਪਾਪ ਬਣਿਆ ਕਿ ਮੈਂ ਉਸ ਵਿੱਚ ਹੋ ਕੇ ਪਰਮੇਸ਼ਰ ਦੀ ਧਾਰਮਿਕਤਾ ਬਣ ਜਾਵਾਂ। ਉਹ ਧਾਰਮਿਕਤਾ ਜਿਹੜੀ ਪਰਮੇਸ਼ਰ ਨਾਲ ਸਹੀ ਸੰਬੰਧ ਰੱਖਦੀ ਹੈ, ਸਹੀ ਰਿਸ਼ਤਾ ਰੱਖਦੀ ਹੈ ਅਤੇ ਮੈਨੂੰ ਉਸ ਪਵਿੱਤਰ ਪਰਮੇਸ਼ਰ ਦੇ ਅੱਗੇ ਜਾਣ ਦੇ ਲਈ ਦਲੇਰੀ ਦਿੰਦੀ ਹੈ ਕਿ ਮੈਂ ਪਵਿੱਤਰਤਾ ਦੇ ਨਾਲ ਉਸ ਪਰਮੇਸ਼ਰ ਦਾ ਧੰਨਵਾਦ, ਵਡਿਆਈ ਅਤੇ ਉਸਤਤ ਇਹਨਾਂ ਹੋਂਠਾਂ ਦੇ ਨਾਲ ਉਸ ਨੂੰ ਚੜਾ ਸਕਾਂ, ਜਿਸ ਤੋਂ ਪਰਮੇਸ਼ਰ ਪ੍ਰਸੰਨ ਹੁੰਦਾ ਹੈ, ਖੁਸ਼ ਹੁੰਦਾ ਹੈ, ਆਨੰਦ ਹੁੰਦਾ ਹੈ। ਇਸ ਤੋਂ ਵੱਧ ਕੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਨੂੰ ਆਪਣੇ ਪਰਮੇਸ਼ਵਰ ਤੋਂ ਕੋਈ ਮਦਦ ਨਾ ਮਿਲੀ ਜਦ ਉਹ ਸਾਡੇ ਪਾਪਾਂ ਨੂੰ ਕਲਵਰੀ ਕਰੂਸ ਦੇ ਉੱਤੇ ਭੁਗਤ ਰਿਹਾ ਸੀ ਅਤੇ ਚੁੱਕ ਰਿਹਾ ਸੀ। ਤੇ ਸਾਡੇ ਇਵਜ਼ ਵਜੋਂ ਉਸ ਨੇ ਪਰਮੇਸ਼ਵਰ ਦੇ ਕ੍ਰੋਧ ਨੂੰ ਆਪਣੇ ਉੱਤੇ ਸਹਿ ਲਿਆ। ਜਿਹੜਾ ਸਾਡੇ ਤੇ ਬਣਦਾ ਸੀ ਉਹ ਉਸਨੇ ਆਪਣੇ ਉੱਤੇ ਲੈ ਲਿਆ। ਅਸੀਂ ਕਦੇ ਸ਼ੁਕਰਗੁਜ਼ਾਰੀ ਅਤੇ ਵਡਿਆਈ ਦੇ ਰਾਹੀਂ ਉਸ ਦਾ ਉਚਿਤ ਸ਼ੁਕਰਗੁਜ਼ਾਰ ਕਰ ਸਕੀਏ, ਇਹ ਸਾਡੇ ਲਈ ਪਰਮੇਸ਼ਰ ਪੁੱਤਰ ਦੇ ਵਿੱਚ ਪਰਮੇਸ਼ਰ ਨੂੰ ਉਸ ਦੇ ਧੰਨਵਾਦ ਦਾ ਬਲੀਦਾਨ, ਉਚਿਤ ਬਲੀਦਾਨ ਹੈ। ਇਸ ਤੋਂ ਵੱਧ ਕੇ ਕੋਈ ਹੋਰ ਬਲੀਦਾਨ ਨਹੀਂ। ਮੈਂ ਪੜ੍ਹ ਰਿਹਾ ਸਾਂ, ਜਦੋਂ ਜਲ ਪਰਲੋ ਆਈ, ਸਾਰੀ ਧਰਤੀ ਫਨਾ ਹੋ ਗਈ ਇੱਕ ਨੂਹ ਦੇ ਪਰਿਵਾਰ ਨੂੰ ਛੱਡ ਕੇ। ਜਦੋਂ ਨੂਹ ਪਰਮੇਸ਼ਰ ਦੇ ਆਖੇ ਅਨੁਸਾਰ ਧਰਤੀ ਤੇ ਆਇਆ, ਉਸਨੇ ਲਿਖਿਆ ਹੈ ਕਿ ਉਸ ਜਗ੍ਹਾ ਦੇ ਉੱਤੇ ਬੇਦੀ ਬਣਾਈ ਪਰਮੇਸ਼ਰ ਦੇ ਅੱਗੇ ਆਰਾਧਨਾ ਕਰਨ ਦੇ ਲਈ। ਜਦੋਂ ਉਸ ਬੇਦੀ ਦੇ ਅੱਗੇ ਉਸਨੇ ਆਰਾਧਨਾ ਕੀਤੀ, ਉੱਥੇ ਬਲੀਦਾਨ ਕੀਤੇ, ਤਦ ਪਰਮੇਸ਼ਰ ਦੇ ਕੋਲ ਜਦੋਂ ਉਸ ਬਲੀਦਾਨ ਦੀ ਸੁਗੰਧ ਉਹਦੇ ਨਥਨਾਂ ਵਿੱਚ ਗਈ, ਤਦ ਪਰਮੇਸ਼ਰ ਨੇ ਉਹਨਾਂ ਦੇ ਨਾਲ ਨੇਮ ਬੰਨਿਆ। ਔਰ ਉਹ ਨੇਮ ਸੀ ਕਿ ਮੈਂ ਹੁਣ ਮਨੁੱਖ ਜਾਤੀ ਨੂੰ ਇਸ ਪਰਲੋ ਦੇ ਨਾਲ ਨਾਸ਼ ਨਹੀਂ ਕਰਾਂਗਾ। ਪਰ ਜਦੋਂ ਮੇਰੇ ਜੀਵਨ ਨੂੰ ਬਚਾਉਣ ਦੇ ਲਈ ਇਸ ਬੇਦੀ ਦੇ ਪਾਪ ਦੀ ਬਲੀਦਾਨ ਦੀ ਬੇਦੀ ਦੇ ਅੱਗੇ ਪ੍ਰਭੂ ਯਿਸੂ ਮਸੀਹ ਬਲੀਦਾਨ ਹੋਇਆ, ਤੇ ਉਸ ਦਾ ਬਲੀਦਾਨ ਜਦੋਂ ਪਰਮੇਸ਼ਰ ਦੇ ਅੱਗੇ ਅਰਪਿਤ ਕੀਤਾ ਗਿਆ ਤਾਂ ਪਰਮੇਸ਼ਰ ਨੇ ਉਸ ਨੂੰ ਸਵੀਕਾਰ ਕੀਤਾ। ਅਤੇ ਉਸ ਬਲੀਦਾਨ ਦੇ ਰਾਹੀਂ ਜਦੋਂ ਮੈਂ ਉਸ ਦੀ ਉਸਤਤ ਅਤੇ ਵਡਿਆਈ ਕਰਕੇ ਉਸ ਦਾ ਧੰਨਵਾਦ ਕਰਦਾ, ਤਾਂ ਉਹਦੇ ਨਥਨਾਂ ਦੇ ਵਿੱਚ ਜਦੋਂ ਇਹ ਬਲੀਦਾਨ ਪਹੁੰਚਦਾ ਹੈ, ਤਾਂ ਉਹ ਉਸ ਵਾਚਾ ਦੇ ਨੇਮ ਦੇ ਨਾਲ ਮੈਨੂੰ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਵਿੱਚ ਸਵੀਕਾਰ ਕਰਦਾ ਹੈ। ਕਿੰਨੀ ਆਨੰਦ ਦੀ ਅਤੇ ਕਿੰਨੀ ਖੁਸ਼ੀ ਦੀ ਗੱਲ ਹੈ, ਜਿੱਥੇ ਜ਼ਬੂਰਕਾਰ ਕਹਿੰਦਾ, ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ। ਜਿਹੜਾ ਯਿਸੂ ਮਸੀਹ ਦੇ ਵਿੱਚ ਹੋ ਕੇ ਪਰਮੇਸ਼ਰ ਦੇ ਸਨਮੁਖ, ਪਰਮੇਸ਼ਰ ਦੇ ਅੱਗੇ ਉਸਦੇ ਕੀਤੇ ਉਪਕਾਰ ਦਾ, ਜੋ ਕਲਵਰੀ ਕਰੂਸ ਦੇ ਉੱਤੇ ਉਸਨੇ ਮੇਰੇ ਲਈ ਕੀਤਾ, ਉਸ ਵਿੱਚ ਹੋ ਕੇ ਧੰਨਵਾਦ ਕਰਦਾ ਹੈ, ਤਾਂ ਪਰਮੇਸ਼ਰ ਕਹਿੰਦਾ ਉਹ ਮੇਰੀ ਵਡਿਆਈ ਕਰਦਾ ਹੈ। ਇਸ ਤੋਂ ਵੱਧ ਕੇ ਹੋਰ ਵਡਿਆਈ, ਹੋਰ ਧੰਨਵਾਦ ਕੀ ਹੋ ਸਕਦਾ ਹੈ ਕਿ ਅਸੀਂ ਉਸਦੇ ਪੁੱਤਰ ਨੇ, ਜਿਸ ਨੇ ਮੇਰੇ ਨਾਲ ਪਿਆਰ ਕਰਕੇ ਪਿਤਾ ਦੇ ਪਿਆਰ ਨੂੰ ਪ੍ਰਗਟ ਕੀਤਾ। ਜਦੋਂ ਉਸ ਪਿਤਾ ਦੇ ਪਿਆਰ ਦਾ ਮੈਂ ਪਰਮੇਸ਼ਰ ਦੇ ਅੱਗੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਧੰਨਵਾਦ ਕਰਦਾ, ਤਾਂ ਪਰਮੇਸ਼ਰ ਉਸ ਤੋਂ ਆਨੰਦਿਤ ਹੋ ਕੇ ਮੇਰੇ ਜੀਵਨ ਦੇ ਵਿੱਚ ਪਰਮੇਸ਼ਰ ਪੁੱਤਰ ਦਾ
ਆਦਰ ਸਤਿਕਾਰ ਮੇਰੇ ਵਿੱਚ ਪ੍ਰਗਟ ਕਰਦਾ ਹੈ, ਕਿਉਂਕਿ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਉਹ ਨਾਮ ਦਿੱਤਾ ਜਿਹੜਾ ਸਭ ਨਾਮਾਂ ਤੋਂ ਸ੍ਰੇਸ਼ਟ ਹੈ। ਤੇ ਜਦੋਂ ਮੈਂ ਪਰਮੇਸ਼ਰ ਪਿਤਾ ਦੇ ਅੱਗੇ ਧੰਨਵਾਦ ਲੈ ਕੇ ਜਾਂਦਾ ਤਾਂ ਮੇਰੇ ਵਿੱਚ ਆਪਣੇ ਪੁੱਤਰ ਨੂੰ ਵੇਖਦਾ ਹੈ ਅਤੇ ਉਸ ਨੂੰ ਸਵੀਕਾਰ ਕਰਦਾ ਹੈ। ਕਿਉਂਕਿ ਉਸ ਦੀ ਪਵਿੱਤਰਤਾ ਦੇ ਵਿੱਚ ਜਦੋਂ ਮੈਂ ਉਸ ਦੇ ਅੱਗੇ ਧੰਨਵਾਦ ਅਰਪਿਤ ਕਰਦਾ ਹਾਂ ਤਾਂ ਉਸ ਨੂੰ ਸਵੀਕਾਰ ਕਰਦਾ ਹੈ। ਮੇਰੇ ਪਿਆਰੇ ਅਸੀਸ, ਅੱਜ ਪਰਮੇਸ਼ਰ ਦੇ ਇਸ ਜ਼ਬੂਰ ਦੇ ਰਾਹੀਂ ਜੋ ਲਿਖਿਆ ਹੈ, ਜਿਹੜਾ ਧੰਨਵਾਦ ਦਾ ਬਲੀਦਾਨ ਚੜਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ। ਮੈਂ ਇਸ ਜ਼ਬੂਰ ਦੇ ਰਾਹੀਂ ਪਰਮੇਸ਼ਰ ਨੂੰ ਧੰਨਵਾਦ ਦੀ ਭੇਂਟ ਅਰਪਿਤ ਕਰਦਾ। ਪਰਮੇਸ਼ਰ ਇਸ ਨੂੰ ਸਵੀਕਾਰ ਕਰੇ ਔਰ ਆਪ ਨੂੰ ਇਸ ਦੇ ਰਾਹੀਂ ਭੇਂਟ ਚੜਾਉਣ ਦੇ ਲਈ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥ।